अफोर्डेबिलिटी क्राइसिस है, इन्फ्लेशन का इशू है, पीपल आर नॉट एबल टू अफोर्ड meeting day-to-day needs of the household is a big challenge. And on top of this, carbon tax pricing, I think it's not warranted at this moment. ਕੈਨੇਡਾ ਵਿੱਚ ਕਾਰਬਨ ਕਾਰਨ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਫੈਡਰਲ ਸਰਕਾਰ ਦੁਆਰਾ ਲਗਾਏ ਜਾਂਦੇ ਕਾਰਬਨ ਟੈਕਸ ਵਿੱਚ ਅੱਜ ਤੋਂ $15 ਪ੍ਰਤੀ ਟਨ ਦਾ ਵਾਧਾ ਹੋਇਆ ਹੈ। ਇਸ ਦਾ ਮਤਲਬ ਇਹ ਹੈ ਕਿ ਹੁਣ ਤੋਂ ਗੈਸੋਲੀਨ ਦੀਆਂ ਕੀਮਤਾਂ ਵਿੱਚ ਪ੍ਰਤੀ ਲੀਟਰ 17.6 ਸੈਂਟਸ ਦਾ ਵਾਧਾ ਹੋ ਗਿਆ ਹੈ। राइट नाउ उधर वो सभी का रेट बढ़ चुका है, राइट। पेट्रोल का तो नहीं, हाउस है, ग्रोसरी है, सबका रेट बढ़ चुका है। अभी इसमें पेट्रोल का भी बढ़ेगा और बर्डन आएगा, राइट। जो इन्फ्लेशनरी प्रेशर हैं ऑलरेडी इम्पैक्ट कर रहे हैं बिजनेसेस को, एक आम आदमी को बहुत ज़्यादा इम्पैक्ट हो रहा है। एंड इसका यस गवर्नमेंट इज सेइंग कि इट वुड बी ए काइंड ऑफ ए नेट ज़ीरो cost to the consumer, but if we look at it, like it's not a net zero, it's not a net zero revenue to the government of Canada, right? So they're still not able to pay the incentives which they were supposed to. Adding this additional burden to the consumer, it's not fair. 1 ਅਪ੍ਰੈਲ यानी ਅੱਜ ਤੋਂ ਕੈਨੇਡਾ ਵਿੱਚ ਗੈਸੋਲੀਨ ਟੈਕਸ 17.6 ਸੈਂਟਸ ਪ੍ਰਤੀ ਲੀਟਰ ਹੋਵੇਗਾ ਅਤੇ ਗੈਸ ਹੁਣ ਲਗਭਗ 3 ਸੈਂਟ ਪ੍ਰਤੀ ਲੀਟਰ ਅਤੇ ਡੀਜ਼ਲ ਲਗਭਗ 4 ਸੈਂਟ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। I strongly believe that carbon tax implementation alone is not enough. We have to have a holistic approach, making more of a, electric vehicles. LNG gas transportation sector is one of the major contributor for the this carbon emission. So how much we are improving the system. ਇਹ ਕਾਰਬਨ ਟੈਕਸ ਫੈਡਰਲ ਸਰਕਾਰ ਦੀ ਗ੍ਰੀਨ ਹਾਊਸ ਗੈਸਿਸ ਦੇ ਨਿਕਾਸ ਨੂੰ ਘਟਾਉਣ ਦੀ ਯੋਜਨਾ ਦਾ ਹਿੱਸਾ ਹੈ ਅਤੇ 2030 ਤੱਕ ਇਸ ਵਿੱਚ ਹਰ ਸਾਲ ਵਾਧਾ ਹੋਏਗਾ ਅਤੇ ਸੂਬਿਆਂ ਅਤੇ ਟੈਰੀਟੋਰੀਜ਼ ਨੂੰ ਜਾਂ ਤਾਂ ਇਹਨਾਂ ਕਾਰਬਨ ਨਿਕਾਸਾਂ ਤੇ ਆਪਣਾ ਖੁਦ ਦਾ ਟੈਕਸ ਲਗਾਉਣਾ ਪਏਗਾ ਜਾਂ ਫਿਰ ਫੈਡਰਲ ਟੈਕਸ ਦੀ ਚੋਣ ਕਰਨੀ ਪਏਗੀ। ਸਤੀਸ਼ ਠੱਕਰ ਜੋ ਕੰਸਟਰਕਸ਼ਨ ਬਿਜ਼ਨਸ ਵਿੱਚ ਹਨ ਦਾ ਕਹਿਣਾ ਹੈ ਕਿ ਫਿਲਹਾਲ ਜ਼ਰੂਰਤ ਹੈ ਬੁਨਿਆਦੀ ਢਾਂਚਿਆਂ ਨੂੰ ਬਿਹਤਰ ਬਣਾਉਣ ਦੀ, ਨਾ कि जीवन लागतां दीयां कीमतां विच वाधा करन दी। तो अगर हम आज की डेट में देखें, 7 प्रोविंस जो हैं वो इसको अपोज कर रहे हैं, राइट। उनका चैलेंज क्या है कि यू कैन नॉट यूनिफॉर्मली इम्प्लीमेंट टू होल कैनेडा, राइट, क्योंकि हमारे हर जोग्राफिक लोकेशन की डिफरेंट इश्यूज चैलेंजेस हो सकते हैं, राइट। सो आई थिंक हमारे को क्या करना चाहिए कि एक मोर ब्रॉडर डिस्कशन, more holistic solution, and rather than implementing it across the board at a uniform level, हमारे को सबको साथ में लेते हुए इसका more thoughtful analysis करना चाहिए कि not only carbon tax but apart from carbon tax what other alternate ways we can implement. ਹਾਲਾਂਕਿ ਓਨਟਾਰੀਓ ਨੇ ਆਪਣੀ ਕਾਰਬਨ ਕੀਮਤ ਪ੍ਰਣਾਲੀ ਨੂੰ ਲਾਗੂ ਕਰਨ ਦੀ ਚੋਣ ਕੀਤੀ ਹੈ। ਪ੍ਰੀਮੀਅਰ ਡਗ ਫੋਰਡ ਨੇ ਇਹ ਦਲੀਲ ਦਿੱਤੀ ਹੈ ਕਿ ਪਹਿਲਾਂ ਤੋਂ ਸੰਘਰਸ਼ਸ਼ੀਲ ਲੋਕਾਂ ਤੇ ਕਾਰਬਨ ਟੈਕਸ ਵਾਧਾ ਉਹਨਾਂ ਦੀ ਪਿੱਠ ਤੋੜ ਸਕਦਾ ਹੈ। 2024 ਦੇ ਸੂਬਾਈ ਬਜਟ ਵਿੱਚ ਫੋਰਡ ਨੇ ਸੂਬੇ ਦੀ ਗੈਸ ਅਤੇ ਈਂਧਨ ਟੈਕਸ ਦਰਾਂ ਵਿੱਚ ਕਟੌਤੀ ਇਸ ਸਾਲ ਦੇ ਅਖੀਰ ਤੱਕ ਲਾਗੂ ਕੀਤੀ ਹੋਈ ਹੈ। ਹਾਲਾਂਕਿ ਇਹ ਅਸਥਾਈ ਉਪਾਅ ਹੈ ਜੋ ਫੋਰਡ ਸਰਕਾਰ ਨੇ 2022 ਵਿੱਚ ਲਾਗੂ ਕੀਤਾ ਸੀ। ਇਸ ਕਟੌਤੀ ਦੇ ਨਾਲ ਗੈਸੋਲੀਨ ਟੈਕਸ 5.7 ਸੈਂਟ ਪ੍ਰਤੀ ਲੀਟਰ ਅਤੇ ਈਂਧਨ ਟੈਕਸ 5.3 ਸੈਂਟ ਪ੍ਰਤੀ ਲੀਟਰ ਘਟਾਇਆ ਗਿਆ ਹੈ। ਫੋਰਡ ਸਰਕਾਰ ਦਾ ਅਨੁਮਾਨ ਹੈ ਕਿ ਟੈਕਸ ਦਰਾਂ ਵਿੱਚ ਕਟੌਤੀ ਨੇ ਓਨਟਾਰੀਓ ਦੇ ਪਰਿਵਾਰਾਂ ਲਈ 2022 ਵਿੱਚ ਪੇਸ਼ ਕੀਤੇ ਜਾਣ ਤੋਂ ਬਾਅਦ ਤੋਂ ਪਿਛਲੇ 2.5 ਸਾਲਾਂ ਵਿੱਚ ਔਸਤਨ $320 ਦੀ ਬਚਤ ਕੀਤੀ ਹੈ। ਪਰ ਸਤੀਸ਼ ਮੁਤਾਬਕ ਅਹਿਮ ਹੈ ਕਿ ਅਸੀਂ ਘੱਟ ਸਮੇਂ ਦੇ ਉਪਾਵਾਂ ਦੀ ਥਾਂ ਲੰਮੇ ਸਮੇਂ ਦੇ ਪੱਕੇ ਉਪਾਅ ਲੱਭਣ ਦੀ ਕੋਸ਼ਿਸ਼ ਕਰੀਏ। ਬਿਲਕੁਲ ਗਰੋਸਰੀ ਮਹਿੰਗੀ ਹੋਈ ਹੋ ਔਰ ਗਰੋਸਰੀ ਦੇ ਪੈਸੇ ਜ਼ਿਆਦਾ ਦੇਣੇ ਪੈਂਦੇ ਆ। ਮਤਲਬ ਹਰ ਇੱਕ ਚੀਜ਼ ਮਹਿੰਗੀ ਐਕਚੁਅਲੀ ਤਾਂ ਹੈ ਨਾ। ਜਿੱਦਾਂ ਹੁਣ ਤੁਸੀਂ ਕਿਹਾ ਗੈਸ ਪ੍ਰਾਈਸਿਸ ਅਤੇ ਹਰ ਇੱਕ ਚੀਜ਼ ਮਹਿੰਗੀ ਹੋ ਰਹੀ ਹੈ। ਹਾਂ ਬਿਲਕੁਲ ਉਹਦਾ ਅਸਰ ਤਾਂ ਓਬਵੀਅਸਲੀ ਸਾਰਿਆਂ 'ਤੇ ਪੈਣਾ ਹੀ ਪੈਣਾ। ਹਾਂਜੀ ਹਾਂ ਸਰਕਾਰ ਮੇਰਾ ਖਿਆਲ ਹੈ ਸਰਕਾਰ ਨੂੰ ਕੁਛ ਕਰਨਾ ਚਾਹੀਦਾ ਇਹਦੇ बारे। बिल्कुल करना चाहिए। तो कार्बन टैक्स लगाना गलत है आपके हिसाब से? अभी स्टेबल सिचुएशन स्टेबल करने का पहली प्रायोरिटी देनी चाहिए, ना कि मतलब कि कोई भी चीज़ के प्राइस बढ़ाओ इससे पहले कि स्टेबल कैसे हो। ਜੀਵਨ ਲਾਗਤ ਦੀਆਂ ਵੱਧਦੀਆਂ ਕੀਮਤਾਂ ਪਹਿਲਾਂ ਤੋਂ ਹੀ ਲੋਕਾਂ ਦੀ ਕਮਰ ਤੋੜ ਰਹੀਆਂ ਹਨ। ਅਜਿਹੇ ਵਿੱਚ ਇਹ ਕਾਰਬਨ ਟੈਕਸ ਦਾ ਵਾਧਾ ਕੀ ਉਹਨਾਂ ਦੀਆਂ ਮੁਸ਼ਕਿਲਾਂ ਹੋਰ ਵਧਾਏਗਾ ਅਤੇ ਕੀ ਇਸ ਦਾ ਅਸਰ ਆਉਣ ਵਾਲੀਆਂ ਫੈਡਰਲ ਚੋਣਾਂ ਤੇ ਵਿਖੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਰਾਧਿਕਾ ਸ਼ਰਮਾ,
Omni News।